ਹੈਲੋ एवरीवन ਵੈਲਕਮ ਬੈਕ ਟੂ ਯਰ ਓਨ ਚੈਨਲ ਸਾਇੰਟੀਆ। ਹਾਂਜੀ, ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰਿਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਤੁਹਾਡਾ ਪੀਟੈਟ ਦਾ ਐਗਜ਼ਾਮ ਹੋ, ਸੀਟੈਟ ਦਾ ਐਗਜ਼ਾਮ ਹੋ, ਐਂਡ ਹੁਣ ਆਪਾਂ ਕੰਟੀਨਿਊ ਕੀਤੀ ਹੋਈ ਹੈ ਸੀਰੀਜ਼ ਆਪਣੀ ਈਟੀਟੀ ਕੈਡਰ ਦੇ ਐਗਜ਼ਾਮ ਦੇ ਲਈ, ਜੋ ਤੁਹਾਡੇ ਲਈ ਮੋਸਟ ਇੰਪੋਰਟੈਂਟ ਹੈ। ਕੱਲ ਆਪਾਂ ਮੈਰਾਥਨ ਕਲਾਸ ਲਗਾਈ ਸੀ ਫਿਜ਼ਿਕਸ ਦੀ, ਜਿਸ ਦੇ ਵਿੱਚ ਆਪਾਂ 2 ਚੈਪਟਰਸ ਕੀਤੇ ਸੀ। ਫਸਟ ਵਨ ਇਜ਼ ਮੋਸ਼ਨ ਐਂਡ ਸੈਕਿੰਡ ਇਜ਼ ਫੋਰਸ ਐਂਡ ਲਾਜ਼ ਆਫ ਮੋਸ਼ਨ। ਅੱਜ ਇਹਨਾਂ ਦੇ MCQ ਕਰਾਂਗੇ। ਉਮੀਦ ਹੈ ਤੁਸੀਂ ਸਭ ਨੇ ਫਸਟ ਜੋ ਮੈਰਾਥਨ ਕਲਾਸ ਆਪਾਂ ਲਗਾਈ ਹੈ ਐਂਡ ਸੈਕਿੰਡ ਲਗਾਈ ਹੈ ਉਹ ਦੇਖ ਚੁੱਕੇ ਹੋ। ਕਲੀਅਰ? ਅਗਰ ਤੁਸੀਂ ਮੈਰਾਥਨ ਕਲਾਸ ਦੇਖ ਚੁੱਕੇ ਹੋ ਤਾਂ ਤੁਸੀਂ ਈਜ਼ਲੀ ਅੱਜ ਦੇ MCQs ਸੋਲਵ ਕਰ ਪਾਓਗੇ। ਠੀਕ ਹੈ ਜੀ, ਸਟਾਰਟ ਕਰਦੇ ਆਪਾਂ ਆਪਣੇ ਫਸਟ MCQ ਦੇ ਨਾਲ। ਵੇਟ, ਹਾਂਜੀ, ਫਸਟ ਆਪਾਂ ਗੱਲ ਕਰਾਂਗੇ ਜੋ ਆਪਣੇ ਕੋਲ ਕੁਐਸਚਨ ਹੈ। ਫਸਟ ਕੁਐਸਚਨ ਦੀ ਗੱਲ ਕਰੀਏ, ਇਫ ਅ ਬੋਡੀ ਇਜ਼ ਮੂਵਿੰਗ ਵਿਦ ਯੂਨੀਫਾਰਮ ਵੈਲੋਸਿਟੀ, ਅਗਰ ਕੋਈ ਵੀ ਬੋਡੀ ਯੂਨੀਫਾਰਮ ਵੈਲੋਸਿਟੀ ਨਾਲ ਮੂਵ ਕਰਦੀ ਹੈ ਦੈਨ ਇਟਸ ਐਕਸਲਰੇਸ਼ਨ ਇਜ਼, ਤਾਂ ਉਸ ਦੀ ਐਕਸਲਰੇਸ਼ਨ ਕੀ ਹੋਏਗੀ। ਦੇਖੋ, ਯੂਨੀਫਾਰਮ ਵੈਲੋਸਿਟੀ ਦਾ ਕੀ ਮਤਲਬ ਹੈ। ਯੂਨੀਫਾਰਮ ਵੈਲੋਸਿਟੀ ਦਾ ਮਤਲਬ ਹੈ ਕੋਈ ਵੀ ਵੈਲੋਸਿਟੀ 'ਚ ਚੇਂਜ ਨਹੀਂ ਆ ਰਿਹਾ, ਵੈਲੋਸਿਟੀ 'ਚ ਚੇਂਜ ਨਹੀਂ ਆ ਰਿਹਾ। ਅਗਰ ਵੈਲੋਸਿਟੀ 'ਚ ਚੇਂਜ ਨਹੀਂ ਆ ਰਿਹਾ ਇਸ ਦਾ ਮਤਲਬ ਉਹ ਕੌਨਸਟੈਂਟ ਹੈ। ਵੈਲੋਸਿਟੀ ਕੀ ਆਪਣੇ ਕੋਲ ਕੌਨਸਟੈਂਟ ਹੈ। ਹੁਣ ਐਕਸਲਰੇਸ਼ਨ ਦਾ ਫਾਰਮੂਲਾ ਕੀ ਹੁੰਦਾ, ਐਕਸਲਰੇਸ਼ਨ ਇਜ਼ ਇਕੁਅਲ ਟੂ v/t। ਜਦੋਂ ਆਪਾਂ ਵੈਲੋਸਿਟੀ ਨੂੰ ਚੇਂਜ ਕਰਦੇ ਹਾਂ, ਵੇਗ ਨੂੰ ਚੇਂਜ ਕਰਦੇ ਹਾਂ ਟਾਈਮ ਦੇ ਨਾਲ ਨਾਲ, ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਐਕਸਲਰੇਸ਼ਨ ਕਹਿ ਦਿੰਦੇ ਹਾਂ। ਤਾਂ ਹੁਣ ਜਦੋਂ ਵੈਲੋਸਿਟੀ ਕੌਨਸਟੈਂਟ ਹੈ ਤਾਂ ਐਕਸਲਰੇਸ਼ਨ ਕੀ ਹੋਏਗੀ ਆਪਣੇ ਕੋਲ, 0। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਊਗਾ, ਆਪਸ਼ਨ ਸੀ ਕੀ ਹੋ ਗਿਆ ਆਪਣੇ ਕੋਲ ਰਾਈਟ ਆਨਸਰ। ਕਿ ਅਗਰ ਆਪਣੇ ਕੋਲ ਕੋਈ ਵੀ ਬੋਡੀ ਮੂਵ ਕਰ ਰਹੀ ਹੈ ਯੂਨੀਫਾਰਮ ਵੈਲੋਸਿਟੀ ਦੇ ਨਾਲ ਤਾਂ ਉਸ ਦੀ ਐਕਸਲਰੇਸ਼ਨ ਕੀ ਹੋ ਜਾਏਗੀ ਆਪਣੇ ਕੋਲ, 0 ਹੋ ਜਾਏਗੀ। ਕਲੀਅਰ? ਉਮੀਦ ਹੈ ਫਸਟ ਕੁਐਸਚਨ ਤੁਹਾਨੂੰ ਸਮਝ ਆ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਸੈਕਿੰਡ ਕੁਐਸਚਨ ਦੀ। ਹਾਂਜੀ, ਸੈਕਿੰਡ ਕੁਐਸਚਨ ਦੇਖਦੇ ਹਾਂ। ਵੇਟ, ਸੈਕਿੰਡ ਹੈ ਆਪਣੇ ਕੋਲ ਡਿਸਪਲੇਸਮੈਂਟ ਇਜ਼ ਅ। ਡਿਸਪਲੇਸਮੈਂਟ ਆਪਣੇ ਕੋਲ ਕੀ ਹੈ, ਸਕੇਲਰ ਕੁਆਂਟਿਟੀ ਹੈ ਆਪਸ਼ਨ ਏ, ਆਪਸ਼ਨ ਬੀ ਵੈਕਟਰ ਕੁਆਂਟਿਟੀ ਹੈ, ਆਪਸ਼ਨ ਸੀ ਬੋਥ ਸਕੇਲਰ ਐਂਡ ਵੈਕਟਰ ਕੁਆਂਟਿਟੀ ਹੈ, ਜਾਂ ਡੀ ਨਨ ਆਫ ਦੀਜ਼। ਤਾਂ ਡਿਸਪਲੇਸਮੈਂਟ ਕੀ ਹੁੰਦਾ ਸੀ, ਡਿਸਪਲੇਸਮੈਂਟ ਹੁੰਦਾ ਚੇਂਜ ਆਫ, ਆਪਾਂ ਅਗਰ ਗੱਲ ਕਰੀਏ ਜਦੋਂ ਆਪਾਂ ਕੀ ਹੈ ਡਾਇਰੈਕਸ਼ਨ ਦੀ ਗੱਲ ਕਰਦੇ ਹਾਂ, ਲੈਂਥ ਦੇ ਵਿੱਚ ਚੇਂਜ ਆਉਂਦਾ ਹੈ। ਡਿਸਪਲੇਸਮੈਂਟ ਦਾ ਮਤਲਬ ਹੈ ਡਿਸਟੈਂਸ ਬਾਏ ਟਾਈਮ, ਮਤਲਬ ਕਿੰਨਾ ਆਪਾਂ ਪਾਥ ਕਵਰ ਕਰ ਰਹੇ ਹਾਂ, ਪਾਥ ਲੈਂਥ ਹੈ ਜਿਸ ਦੇ ਵਿੱਚ ਡਾਇਰੈਕਸ਼ਨ ਮੈਂਸ਼ਨ ਕੀਤੀ ਹੋਈ ਹੈ। ਜਾਂ ਆਪਾਂ ਕਹਿ ਸਕਦੇ ਹਾਂ ਸ਼ਾਰਟੈਸਟ ਡਿਸਟੈਂਸ ਬਿਟਵੀਨ ਇਨੀਸ਼ੀਅਲ ਐਂਡ ਫਾਈਨਲ ਪੁਆਇੰਟ, ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਡਿਸਪਲੇਸਮੈਂਟ ਕਹਿ ਦਿੰਦੇ ਹਾਂ, ਸ਼ਾਰਟੈਸਟ ਪਾਥ। ਕਲੀਅਰ? ਤਾਂ ਆਪਣੇ ਕੋਲ ਜੋ ਡਿਸਪਲੇਸਮੈਂਟ ਹੈ ਇਸ ਦੇ ਵਿੱਚ ਆਪਾਂ ਕਿਸ ਦੀ ਗੱਲ ਕਰਦੇ ਹਾਂ, ਡਾਇਰੈਕਸ਼ਨ ਦੀ ਗੱਲ ਕਰਦੇ ਹਾਂ। ਤਾਂ ਇਸ ਲਈ ਜਦੋਂ ਵੀ ਆਪਾਂ ਡਾਇਰੈਕਸ਼ਨ ਦੀ ਗੱਲ ਕਰਦੇ ਹਾਂ ਅਤੇ ਮੈਗਨੀਟਿਊਡ ਦੀ ਗੱਲ ਕਰਦੇ ਹਾਂ, ਦੋਨੋਂ ਚੀਜ਼ਾਂ ਆ ਜਾਂਦੀਆਂ ਤਾਂ ਉਹ ਆਪਣੇ ਕੋਲ ਕੀ ਕੁਆਂਟਿਟੀ ਬਣ ਜਾਂਦੀ ਹੈ, ਵੈਕਟਰ ਕੁਆਂਟਿਟੀ ਬਣ ਜਾਂਦੀ ਹੈ। ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ ਫਿਰ ਆਪਣੇ ਕੋਲ, ਆਪਸ਼ਨ ਬੀ ਹੋ ਗਿਆ। ਉਮੀਦ ਹੈ ਤੁਹਾਨੂੰ ਸੈਕਿੰਡ ਕੁਐਸਚਨ ਕੀ ਹੈ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਥਰਡ ਕੁਐਸਚਨ ਦੀ। ਥਰਡ ਵਨ ਹੈ ਦ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਇਜ਼ ਕਾਲਡ। ਜਦੋਂ ਡਿਸਪਲੇਸਮੈਂਟ ਦੇ ਵਿੱਚ ਚੇਂਜ ਆਉਂਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ। ਆਪਸ਼ਨ ਏ ਹੈ ਸਪੀਡ, ਆਪਸ਼ਨ ਆਪਸ਼ਨ ਬੀ ਹੈ ਵੈਲੋਸਿਟੀ, ਆਪਸ਼ਨ ਸੀ ਹੈ ਐਕਸਲਰੇਸ਼ਨ, ਆਪਸ਼ਨ ਡੀ ਹੈ ਨਨ ਆਫ ਦੀਜ਼। ਦੇਖੋ, ਡਿਸਪਲੇਸਮੈਂਟ ਦੇ ਵਿੱਚ ਜਦੋਂ ਚੇਂਜ ਆਣਾ ਵਿਦ ਰਿਸਪੈਕਟ ਟੂ ਟਾਈਮ ਤਾਂ ਉਸ ਨੂੰ ਆਪਾਂ ਕੀ ਕਹਿੰਦੇ ਹਾਂ, ਵੈਲੋਸਿਟੀ ਕਹਿੰਦੇ ਹਾਂ। ਅਗਰ ਡਿਸਪਲੇਸਮੈਂਟ ਦੀ ਜਗ੍ਹਾ ਡਿਸਟੈਂਸ ਹੁੰਦਾ ਤਾਂ ਉਹ ਸਪੀਡ ਬਣ ਜਾਣਾ ਸੀ। ਤਾਂ ਹੁਣ ਡਿਸਪਲੇਸਮੈਂਟ ਦੇ ਵਿੱਚ ਡਾਇਰੈਕਸ਼ਨ ਹੁੰਦੀ ਹੈ ਬਟ ਸਪੀਡ ਦੇ ਵਿੱਚ ਨਹੀਂ ਹੁੰਦੀ, ਇਸ ਲਈ ਇਹ ਆਪਸ਼ਨ ਆਪਣਾ ਕੱਟ ਹੋ ਗਿਆ। ਨੈਕਸਟ, ਵੈਲੋਸਿਟੀ ਬਿਲਕੁਲ ਸਹੀ ਆਨਸਰ ਹੈ। ਇਸ ਕੁਐਸਚਨ ਦਾ ਵੀ ਰਾਈਟ ਆਨਸਰ ਕੀ ਆ ਗਿਆ ਆਪਣੇ ਕੋਲ, ਆਪਸ਼ਨ ਬੀ। ਕਿਉਂਕਿ ਜਦੋਂ ਆਪਾਂ ਡਿਸਪਲੇਸਮੈਂਟ ਚੇਂਜ ਕਰਦੇ ਹਾਂ ਵਿਦ ਰਿਸਪੈਕਟ ਟੂ ਟਾਈਮ ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਵੈਲੋਸਿਟੀ ਕਹਿ ਦਿੰਦੇ ਹਾਂ। ਉਮੀਦ ਹੈ ਤੁਹਾਨੂੰ ਥਰਡ ਕੁਐਸਚਨ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ ਫੋਰਥ ਕੁਐਸਚਨ ਦੀ। ਜਸਟ ਅ ਸੈਕਿੰਡ। ਹਾਂਜੀ, ਫੋਰਥ ਕੁਐਸਚਨ ਦੇਖੋ। ਫੋਰਥ ਕੁਐਸਚਨ ਕੀ ਹੈ, ਕਿਲੋਮੀਟਰ ਪਰ ਆਰ ਇਜ਼ ਯੂਜ਼ ਟੂ ਮੇਅਰ ਦਾ। ਜੋ ਕਿਲੋਮੀਟਰ ਪਰ ਆਰ ਹੈ ਇਹ ਆਪਾਂ ਕਿਸ ਨੂੰ ਮੇਅਰ ਕਰਨ ਦੇ ਲਈ ਯੂਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਅਗਰ ਦੇਖੋ ਆਪਾਂ ਗੱਲ ਕਰੀਏ ਕਿਲੋਮੀਟਰ ਪਰ ਆਰ,
अगर सिंपल इनू देखा जाए ये की बनता है, अगर इनू SI यूनिट देखिए मीटर पर सैकेंड। मीटर पर सैकेंड दो चीज़ों की अपने को SI यूनिट होंगी है, एक तो स्पीड की, सैकेंड वन वेलोसिटी की। क्लीयर, स्पीड एंड वेलोसिटी की। तो यह की होगी अपने को हायर यूनिट होगी, इसकी हायर यूनिट बन गई। तो इसका मतलब या तो आप स्पीड मेयर कर सकते हैं इस यूनिट नाल या वेलोसिटी। तो ऑप्शन बी भी कट हो गया, ऑप्शन डी भी कट हो गया। स्पीड पर यूनिट टाइम नहीं आऊगा क्योंकि वो तो फिर कुछ होंगे ही नहीं, क्योंकि वेलोसिटी पर यूनिट टाइम तो एक्सेलेरेशन होंगे, स्पीड पर यूनिट टाइम तो कुछ होंगे ही नहीं। तो ए ऑप्शन भी कैंसल हो गया। तो इस क्वेश्चन का राइट आंसर की आ गया अपने को ऑप्शन सी आ गया। उम्मीद है तुहानू समझ आ चुकी है, ऑप्शन सी आ गया। क्लीयर। नैक्सट आप गल करांगे फिफ्थ क्वेश्चन की। फिफ्थ वन की है द एक्चुअल लेंथ ऑफ द पाथ ट्रैवल इज़। जो एक्चुअल आप पाथ ट्रैवल करते हैं उसनों की कहा जाता है। देखो इस दे विच अगर गल करिए, ऑप्शनस ए है स्पीड, ऑप्शन बी है टोटल लेंथ, ऑप्शन सी है डिस्टेंस, ऑप्शन डी है नन ऑफ दीज। तो ये क्वेश्चन कल मैं तुहानू ना टैलीग्राम ग्रुप के विच भी पाया सी एंड यूट्यूब पर भी पाया सी, सेम क्वेश्चन पाया सी। हाँ जी, अगर इसकी गल की जाए तो एक्चुअल लेंथ ऑफ द पाथ जो ट्रैवल करते हैं उसनों आप डिस्टेंस कहने हैं। तो इस क्वेश्चन का राइट आंसर की हो गया ऑप्शन सी हो जाऊगा। क्लीयर। नैक्सट आप गल करते हैं सिक्स्थ क्वेश्चन की। SI यूनिट ऑफ एवरेज वेलोसिटी। एवरेज वेलोसिटी की SI यूनिट की होंगी है। देखो हुण एवरेज वेलोसिटी की होंदा है, आप कल किया सी, जस्ट अ सेकेंड। हाँ जी, एवरेज वेलोसिटी की हुंदा सी, चेंज इन वेलोसिटी विद रिस्पैक्ट टू टाइम। इस तरीके नाल उसनों आपां की कह दिंदे आ, एवरेज वेलोसिटी कह दिंदे आ। कल ही करवाया सी, या फिर तुसीं की लिखदे सीगे एवरेज वेलोसिटी नूं मीन V माइनस U बाय की लिखदे हो टू, या आपां की कह सकते सी एवरेज वेलोसिटी की हुंदी है, मीन हुंदी है इनीशियल ते फाइनल वेलोसिटी दा। इस तरीके नाल आ तुसीं रहण दो, ठीक है जी। इस तरीके नाल लिखते हैं एवरेज वेलोसिटी नूं। तां हुण इसदी SI यूनिट की बनती है। देखो अगर आप गल करिए SI यूनिट की, तो वेलोसिटी की SI यूनिट की होंदी है, मीनस वेलोसिटी की अगर मैं गल करा इसनूं मैं की लिखदी हाँ मीटर पर सैकेंड। तो इसकी भी सेम की रह जूगी अपने को SI यूनिट रह जूगी। तो इस क्वेश्चन का राइट आंसर की हो गया ऑप्शन बी हो गया, क्योंकि वेलोसिटी तो एवरेज वेलोसिटी की SI यूनिट की होंगी है, सेम होंगी है। क्लीयर। नैक्सट आप गल करांगे सैवनथ MCQ की। सैवन देखो, इफ द वेलोसिटी ऑफ द बॉडी डजंट चेंज विद टाइम दैन इट्स एक्सेलेरेशन इज़। अगर अपने कोल की है वेलोसिटी चेंज नहीं हो रही टाइम के नाल, तो एक्सेलेरेशन की होएगा, यूनिटी होगी, मतलब 1। ऑप्शन बी है 0, ऑप्शन सी है इनफाइनाइट, ऑप्शन डी है नन ऑफ द अबव, या इन्हां दे विचों कोई भी नहीं। देखो अगर हुण मैं गल करा, देखो अपने कोल एक्सेलेरेशन की सी, चेंज ऑफ वेलोसिटी विद रिस्पैक्ट टू टाइम, यह सी। क्लीयर। तो हुण अपने कोल V की अपने कोल कॉन्सटेंट है, V की अपने कोल कॉन्सटेंट है, V कॉन्सटेंट है क्योंकि V तो चेंज ही नहीं हो रहा। अगर V चेंज नहीं हो रहा तो अपने को एक्सेलेरेशन की होगी 0 होगी, एक्सेलेरेशन की होगी 0 होगी। यही अपने क्वेश्चन पूछा गया सी कि अगर कोई भी बॉडी की वेलोसिटी मतलब ओह की है एक स्पीड नाल चल नहीं रही बॉडी, रैसट दे विच है, तो उसकी एक्सेलेरेशन तो 0 होएगी क्योंकि एक्सेलेरेशन V/T होंदी है। तो इसलिए इस क्वेश्चन का राइट आंसर की आ गया अपने को ऑप्शन बी इज़ द राइट आंसर। क्लीयर। नैक्सट आप गल करते हैं 8th क्वेश्चन की। हाँ जी, 8th क्वेश्चन की अपने को द मोशन ऑफ इंटायर बाईसाइकिल इज़। पूरे के पूरे बाईसाइकिल का अपने को किस तरह नाल की रहिंदा है, मोशन रहिंदा है। हुण देखो ऑप्शन ए है सर्कुलर, ऑप्शन बी है लीनियर, ऑप्शन सी है ऑसीलेटरी, ऑप्शन डी है स्टेशनरी। तो आप दसना है कि अपने को बाईसाइकिल का मोशन की हुंदा है। क्लीयर। देखो जो बाईसाइकिल है, इंटायर बाईसाइकिल का की मतलब है, देखो जो बाईसाइकिल है मेनली तो आप पाथ पर डिपेंड करते हैं, बट जो बाईसाइकिल है इसके जो व्हील्स होंगे है, इसके जो व्हील्स होंगे वो हमेशा
ਸਰਕੂਲਰ ਪਾਥ ਦੇ ਵਿੱਚ ਕੀ ਕਰਦੇ ਆ, ਮੂਵ ਕਰਦੇ ਆ। ਜਦੋਂ ਇੰਟਾਇਰ ਬਾਈਸਾਈਕਲ ਦੀ ਗੱਲ ਆ ਗਈ ਨਾ, ਤਾਂ ਉਸ ਟਾਈਮ ਆਪਾਂ ਪਾਥ ਡਿਸਕਸ ਨਹੀਂ ਕਰਾਂਗੇ। ਉਸ ਟਾਈਮ ਆਪਾਂ ਕਿਸ ਦੀ ਗੱਲ ਕਰਾਂਗੇ, ਉਸ ਦੀ ਬੋਡੀ ਦੀ। ਤਾਂ ਜੋ ਬਾਈਸਾਈਕਲ ਹੈ, ਇਸਦੇ ਜੋ ਵੀਲ ਨੇ ਉਹ ਸਰਕੂਲਰ ਪਾਥ ਦੇ ਵਿੱਚ ਕੀ ਕਰਦੇ ਆ, ਮੂਵ ਕਰਦੇ ਆ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਜੂ, ਬੀ ਆਜੂ, ਏ ਆਜੂ, ਸਰਕੂਲਰ। ਕਲੀਅਰ। ਦੇਖੋ ਹੁਣ ਅਗਰ ਮੈਂ ਗੱਲ ਕਰਾਂ ਇਸ ਦੇ ਨਾਲ ਹੀ, ਵੈਸੇ ਅਗਰ ਆਪਾਂ ਗੱਲ ਕਰੀਏ ਤਾਂ ਬਾਈਸਾਈਕਲ ਦਾ ਮੋਸ਼ਨ ਕੀ ਹੁੰਦਾ, ਰੋਲਿੰਗ ਵੀ ਕਹਿ ਸਕਦੇ ਹੋ ਅਗਰ ਆਪਸ਼ਨ 'ਚ ਹੁੰਦਾ, ਕਿਉਂਕਿ ਉਹ ਕੀ ਹੈ, ਖੁਦ ਸਿੱਧਾ ਵੀ ਚੱਲ ਰਿਹਾ ਹੁੰਦਾ ਲੀਨੀਅਰ, ਬਟ ਉਹਦੇ ਵੀਲ ਕੀ ਚੱਲ ਰਹੇ ਹੁੰਦੇ ਨੇ, ਸਰਕੂਲਰ, ਤਾਂ ਉਸਨੂੰ ਰੋਲਿੰਗ ਮੋਸ਼ਨ ਵੀ ਕਹਿ ਦਿੰਦੇ ਆ। ਕਲੀਅਰ। ਅਕੋਰਡਿੰਗ ਟੂ ਆਵਰ ਆਪਸ਼ਨਸ ਆਪਾਂ ਕਿਸ ਨਾਲ ਜਾਵਾਂਗੇ, ਸਰਕੂਲਰ ਨਾਲ, ਕਿਉਂਕਿ ਜੋ ਬਾਈਸਾਈਕਲ ਹੈ ਉਹ ਸਰਕੂਲਰ ਹੀ ਕੀ ਕਰਦਾ, ਮੂਵ ਕਰਦਾ। ਕਲੀਅਰ ਹੋਇਆ। ਨੈਕਸਟ ਆਪਾਂ ਗੱਲ ਕਰਾਂਗੇ 9th ਕੁਐਸਚਨ ਦੀ। 9th ਕੁਐਸਚਨ ਕੀ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਅ ਸਰਕੂਲਰ ਮੋਸ਼ਨ। ਹੁਣ ਆਪਾਂ ਨੂੰ ਕੁਝ ਕੀ ਦਿੱਤੀਆਂ ਹੋਈਆਂ, ਆਪਸ਼ਨਸ ਦਿੱਤੀਆਂ ਹੋਈਆਂ, ਇਸ ਦੇ ਅਕੋਰਡਿੰਗ ਆਪਾਂ ਨੇ ਕੀ ਦੱਸਣਾ, ਸਰਕੂਲਰ ਮੋਸ਼ਨ ਬਾਰੇ ਦੱਸਣਾ। ਕਲੀਅਰ। ਦੇਖੋ ਹੁਣ ਅਗਰ ਮੈਂ ਗੱਲ ਕਰਾਂ ਇਸ ਦੀ, ਤਾਂ ਜਸਟ ਅ ਸੈਕਿੰਡ, ਹਾਂਜੀ, ਇਸ ਦੇ ਵਿੱਚ ਦੇਖੋ ਸਰਕੂਲਰ ਮੋਸ਼ਨ ਦਾ ਕੀ ਮਤਲਬ ਹੁੰਦਾ ਕਿ ਇੱਕ ਚੀਜ਼ ਆਪਣੇ ਕੋਲ ਕੀ ਹੋਵੇ, ਫਿਕਸਡ ਹੋਵੇ, ਐਂਡ ਦੂਸਰੀ ਚੀਜ਼ ਕੀ ਹੈ, ਉਸ ਦੇ ਅਰਾਊਂਡ ਘੁੰਮ ਰਹੀ ਹੋਵੇ ਸਰਕੂਲਰ ਪਾਥ ਦੇ ਵਿੱਚ, ਉਸ ਦੇ ਅਰਾਊਂਡ ਮੂਵਮੈਂਟ ਸ਼ੋ ਕਰੇ ਸਰਕੂਲਰ ਪਾਥ ਦੇ ਵਿੱਚ, ਉਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਸਰਕੂਲਰ ਮੋਸ਼ਨ ਕਹਿ ਦਿੰਦੇ ਹਾਂ। ਕਲੀਅਰ। ਤਾਂ ਦੇਖੋ ਹੁਣ ਜੋ ਮੋਸ਼ਨ ਆਫ ਲਿਫਟ ਹੈ, ਤਾਂ ਇਹ ਤਾਂ ਇਸ ਨਾਲ ਲਿੰਕ ਹੀ ਨਹੀਂ ਕਰ ਰਿਹਾ। ਕਲੀਅਰ। ਨੈਕਸਟ ਅਗਰ ਮੈਂ ਗੱਲ ਕਰਾਂ ਮੋਸ਼ਨ ਆਫ ਵੈਗਿੰਗ ਟੇਲ ਆਫ ਅ ਡੋਗ, ਨੋ, ਇਹ ਵੀ ਸਰਕੂਲਰ ਮੋਸ਼ਨ ਨਹੀਂ ਹੈ। ਮੋਸ਼ਨ ਆਫ ਸੋਲਜਰ ਦਾ ਸਟ੍ਰੇਟ ਪਾਰਟ ਟਰਾਂਸਲੇਟਰੀ ਵੀ ਜਾ ਸਕਦੇ ਆ, ਮਤਲਬ ਲੀਨੀਅਰ ਵੀ ਜਾ ਸਕਦੇ ਆ, ਸਿੱਧੇ ਵੀ ਜਾ ਸਕਦੇ ਆ, ਉਹ ਰੋਟੇਟ ਵੀ ਕਰ ਸਕਦੇ ਆ। ਤਾਂ ਇਹ ਤਾਂ ਆਪਸ਼ਨ ਹੀ ਮਤਲਬ ਇਨਕਰੈਕਟ ਹੋਗੀ। ਤਾਂ ਆਪਸ਼ਨ ਡੀ ਦੇਖੋ, ਮੋਸ਼ਨ ਆਫ ਅ ਮੂਨ ਅਰਾਊਂਡ ਦ ਅਰਥ, ਇਹ ਬਿਲਕੁਲ ਸਹੀ ਹੈ। ਜੋ ਮੂਨ ਹੈ ਉਹ ਅਰਥ ਦੇ ਅਰਾਊਂਡ ਘੁੰਮਦਾ, ਮੀਨਸ ਜੋ ਆਪਣੇ ਕੋਲ ਅਰਥ ਹੈ ਉਹ ਕੀ ਹੋਗੀ, ਫਿਕਸਡ ਪੁਆਇੰਟ ਹੈ ਮੂਨ ਦੇ ਲਈ, ਔਰ ਮੂਨ ਕੀ ਹੈ ਆਪਣੇ ਕੋਲ, ਇੱਕ ਸੈਟੇਲਾਈਟ ਹੈ ਜੋ ਕਿਸ ਦੇ ਅਰਾਊਂਡ ਘੁੰਮਦੀ ਹੈ, ਅਰਥ ਦੇ ਅਰਾਊਂਡ ਘੁੰਮਦੀ ਹੈ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆਊਗਾ, ਆਪਸ਼ਨ ਡੀ ਆਏਗਾ। ਉਮੀਦ ਹੈ ਤੁਹਾਨੂੰ ਕਲੀਅਰ ਹੋ ਚੁੱਕੇ ਨੇ ਫਸਟ 9 ਕੁਐਸਚਨ। ਨੈਕਸਟ ਆਪਾਂ ਗੱਲ ਕਰਾਂਗੇ 10th ਕੁਐਸਚਨ ਦੀ। ਹਾਂਜੀ, 10th ਕੁਐਸਚਨ ਦੇਖਦੇ ਹਾਂ। ਦੇਖੋ 10th ਕੁਐਸਚਨ ਹੈ, ਅ ਸਿੰਪਲ ਪੈਂਡੂਲਮ ਟੇਕਸ 44 ਸੈਕਿੰਡ ਟੂ ਕੰਪਲੀਟ 20 ਓਸੀਲੇਸ਼ਨ। ਇੱਕ ਸਿੰਪਲ ਪੈਂਡੂਲਮ ਹੈ ਜੋ 44 ਸੈਕਿੰਡਸ ਲੈਂਦਾ ਹੈ 20 ਓਸੀਲੇਸ਼ਨਸ ਨੂੰ ਕੰਪਲੀਟ ਕਰਨ ਦੇ ਲਈ। ਵਾਟ ਇਜ਼ ਇਟਸ ਟਾਈਮ ਪੀਰੀਅਡ, ਤਾਂ ਇਸ ਦਾ ਟਾਈਮ ਪੀਰੀਅਡ ਕਿੰਨਾ ਹੋਏਗਾ। ਸਭ ਤੋਂ ਪਹਿਲਾਂ ਅਗਰ ਮੈਂ ਗੱਲ ਕਰਾਂ, ਇਸ ਦਾ ਤੁਹਾਨੂੰ ਫਾਰਮੂਲਾ ਆਉਣਾ ਚਾਹੀਦਾ ਹੈ। ਟਾਈਮ ਪੀਰੀਅਡ ਦਾ ਫਾਰਮੂਲਾ ਕੀ ਹੁੰਦਾ ਕਿ ਕਿੰਨਾ ਟੋਟਲ ਟਾਈਮ ਲੱਗਿਆ, ਟੋਟਲ ਟਾਈਮ ਬਾਏ ਓਸੀਲੇਸ਼ਨ, ਨੰਬਰ ਆਫ ਓਸੀਲੇਸ਼ਨ, ਕਿੰਨੀਆਂ ਕੀ ਲੱਗੀਆਂ ਆਪਣੇ ਕੋਲ, ਓਸੀਲੇਸ਼ਨਸ ਲੱਗੀਆਂ, ਮਤਲਬ ਕਿੰਨਾ ਪੈਂਡੂਲਮ ਨੇ ਓਸੀਲੇਟ ਕੀਤਾ। ਕਲੀਅਰ। ਤਾਂ ਵੈਲਿਊਜ਼ ਪੁੱਟ ਕਰ ਦਿੰਦੇ ਆ। ਟੋਟਲ ਟਾਈਮ ਕਿੰਨਾ ਦਿੱਤਾ ਹੋਇਆ ਆਪਾਂ ਨੂੰ, 44 ਸੈਕਿੰਡ, ਐਂਡ ਨੰਬਰ ਆਫ ਓਸੀਲੇਸ਼ਨਸ ਕਿੰਨੀਆਂ ਨੇ, 20। ਹੁਣ ਅਗਰ ਇਸ ਨੂੰ ਡਿਵਾਈਡ ਕਰਦੇ ਹਾਂ, ਕੱਟ ਕਰਦੇ ਹਾਂ, ਕਿੰਨਾ ਆ ਗਿਆ 22/10। ਤਾਂ ਇਸ ਨਾਲ ਕੀ ਆਪਾਂ ਪੁਆਇੰਟ ਲਗਾ ਸਕਦੇ ਹਾਂ, ਕੀ ਬਣ ਗਿਆ 2.2 ਸੈਕਿੰਡ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ, ਆਪਸ਼ਨ ਏ। ਕਲੀਅਰ। ਉਮੀਦ ਹੈ ਤੁਹਾਨੂੰ ਇਹ ਚੀਜ਼ ਕੀ ਹੈ, ਸਮਝ ਆ ਚੁੱਕੀ ਹੈ। ਨੈਕਸਟ ਆਪਾਂ ਗੱਲ ਕਰਾਂਗੇ 11th ਕੁਐਸਚਨ ਦੀ। 11th ਕੁਐਸਚਨ ਦੇਖੋ ਕੀ ਹੈ, ਦ ਰੇਟ ਆਫ ਚੇਂਜ ਆਫ ਵੈਲੋਸਿਟੀ ਆਫ ਐਨ ਆਬਜੈਕਟ ਇਜ਼ ਕਾਲਡ। ਜਦੋਂ ਕਿਸੇ ਵੀ ਆਬਜੈਕਟ ਦੀ ਵੈਲੋਸਿਟੀ ਚੇਂਜ ਹੁੰਦੀ ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ। ਦੇਖੋ ਅਗਰ ਆਪਾਂ ਗੱਲ ਕਰੀਏ, ਤੁਹਾਨੂੰ ਮੈਂ ਕੱਲ ਹੀ ਫਾਰਮੂਲਾਜ਼ ਕਰਵਾਏ ਸੀਗੇ। ਅਗਰ ਤੁਹਾਨੂੰ ਫਾਰਮੂਲਾਜ਼ ਆਉਂਦੇ, ਤੁਸੀਂ ਕੋਈ ਵੀ ਫਿਜ਼ਿਕਸ ਦਾ ਕੁਐਸਚਨ ਈਜ਼ਲੀ ਸੋਲਵ ਕਰ ਸਕਦੇ ਹੋ। ਠੀਕ ਹੈ ਜੀ। ਹੁਣ ਦੇਖੋ ਅਗਰ ਆਪਾਂ ਗੱਲ ਕਰੀਏ ਇਸ ਦੇ ਵਿੱਚੋਂ v/t ਕਿਸ ਦਾ ਫਾਰਮੂਲਾ ਹੁੰਦਾ, ਜਦੋਂ ਆਪਾਂ ਵੈਲੋਸਿਟੀ ਨੂੰ ਚੇਂਜ ਕਰਦੇ ਹਾਂ ਟਾਈਮ ਨਾਲ, ਤਾਂ ਆਪਣੇ ਕੋਲ ਕਿਸ ਦਾ ਫਾਰਮੂਲਾ ਹੁੰਦਾ, v/t। ਚੇਂਜ ਇਨ ਵੈਲੋਸਿਟੀ ਵਿਦ ਰਿਸਪੈਕਟ ਟੂ ਟੀ ਆਪਣੇ ਕੋਲ ਕੀ ਹੁੰਦਾ, ਐਕਸਲਰੇਸ਼ਨ ਹੁੰਦਾ। ਤਾਂ ਰਿਟਾਰਡੇਸ਼ਨ ਦਾ ਹੁੰਦੀ ਹੈ ਜਦੋਂ ਨੈਗੇਟਿਵ ਐਕਸਲਰੇਸ਼ਨ ਦੀ ਗੱਲ ਕੀਤੀ ਜਾਵੇ। ਤਾਂ ਇਹ ਆਪਸ਼ਨ ਤਾਂ ਗਲਤ ਹੋ ਗਈ, ਕਿਤੇ ਆਪਾਂ ਨੂੰ ਪੋਜ਼ੀਟਿਵ ਨੈਗੇਟਿਵ ਦੀ ਗੱਲ ਹੀ ਨਹੀਂ ਕੀਤੀ ਹੋਈ। ਡਿਸਪਲੇਸਮੈਂਟ ਕੀ ਹੁੰਦਾ, ਸ਼ਾਰਟੈਸਟ ਡਿਸਟੈਂਸ ਹੋ ਗਿਆ ਜਾਂ ਸ਼ਾਰਟੈਸਟ ਪਾਥ ਹੋ ਗਿਆ ਬਿਟਵੀਨ ਇਨੀਸ਼ੀਅਲ ਐਂਡ ਫਾਈਨਲ ਪੁਆਇੰਟ, ਇਹ ਵੀ ਗਲਤ ਹੋ ਗਿਆ। ਨਨ ਆਫ ਦੀਜ਼ ਤਾਂ ਆਣਾ ਹੀ ਨਹੀਂ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ, ਆਪਸ਼ਨ ਬੀ ਹੋ ਗਿਆ। ਕਲੀਅਰ। ਉਮੀਦ ਹੈ ਤੁਹਾਨੂੰ 11 ਕੁਐਸਚਨ ਕਲੀਅਰ ਹੋ ਚੁੱਕਿਆ। ਨੈਕਸਟ ਆਪਾਂ ਗੱਲ ਕਰਾਂਗੇ 12th ਕੁਐਸਚਨ ਦੀ। ਹੁਣ ਨੂਮੈਰੀਕਲਸ ਹੈ।
इदां दे छोटे छोटे न्यूमेरिकल्स आ जाते हैं। 12th क्वेश्चन देखो, अ फोर्स ऑफ 110 न्यूटन, फोर्स कितनी दी हुई है अपने को 110 न्यूटन ऑन अ बॉडी ऑफ 0.1 सेकेंड, मीनस जो बॉडी का टाइम है, टाइम लिख दें आप किन्ने 0.1 सेकेंड है। द चेंज इन मोमेंटम, आपा ने की पता करना है, मोमेंटम फाइंड आउट करना है। देखो अगर मैं इस क्वेश्चन की गल करा, हुण इत्थे भी तुहानूं की है मोमेंटम का फॉर्मूला पता होना चाहिए। मोमेंटम नूं आपां पी नाल लिखदे हां, जो कि इसदे इक्वल हुंदी है फोर्स इंटू टाइम। हुण देखो अगर फॉर्मूला नहीं पता फिर तुहाडे कोल क्वेश्चन होना ही नहीं एग्जाम्स दे विच, चाहे कितना ही सिंपल क्वेश्चन सीगा। तो फोर्स आपां नूं कितनी गिवन है 110 न्यूटन, टाइम कितना दिता है 0.1। क्लीयर, जदों इसनूं सॉल्व करोगे अपने कोल की आ रहा सीधा सीधा 11। तो इस क्वेश्चन का राइट आंसर क्या हो गया, ऑप्शन बी 11 न्यूटन सैकेंड। तो फॉर्मूले पता होने मस्ट ने, जरूरी ने अगर तुसी एग्जाम फिजिक्स के विचों मार्क्स लैने हैं। ठीक है जी, नैक्सट 13 क्वेश्चन देखो, वैन अ बॉडी इज थ्रोन वर्टिकली अपवर्ड, अगर आप किसी भी बॉडी नूं अपवर्ड वर्टिकली अपवर्ड सुटते हैं तो विलोसिटी ऑफ अ बॉडी एट द हाईएस्ट पॉइंट, हाईएस्ट पॉइंट ते विलोसिटी की होगी। देखो हुण अगर मैं इस क्वेश्चन की गल करा, आपां ने कोई भी बॉडी नूं अपवर्ड सुटिया, हाँ जी हाँ, देखो एट मैक्सीमम हाइट की अगर मैं गल करा, एट मैक्सीमम हाइट तो पूछा गया अपने को कि जदों मैं उपर सुट्टी तो मैक्सीमम हाइट ते उसकी की है विलोसिटी कितनी होगी। देखो एक्सेलरेशन ड्यू टू ग्रेविटी एट मैक्सीमम पॉइंट की हो जाती है, कॉन्सटेंट हो जाती है। जदों एक्सेलरेशन ड्यू टू ग्रेविटी अपने कोल की हो गया कॉन्सटेंट होगी, तो इसका मतलब विलोसिटी अपनी की हो जूगी, जीरो हो जूगी। ठीक है, फॉर्मूला तो अपन आंदा ही है, एक्सेलरेशन की होंगे v/t। हुण अगर एक्सेलरेशन कॉन्सटेंट है तो विलोसिटी की होगी जीरो, तो इस क्वेश्चन का राइट आंसर क्या होगा, ऑप्शन सी आ जाऊगा। क्लीयर, नैक्सट आप गल करते हैं नैक्सट क्वेश्चन की 14th की। 14 की है, ए बॉडी ऑफ मास 2 kg, अपन मास कितना दिता हुआ 2 kg इज एट रेस्ट, किस ते रेस्ट ते है। द फोर्स रिक्वायर्ड टू प्रोड्यूस अ विलोसिटी ऑफ 2 मीटर पर सैकेंड इन 4 सैकेंड, अपने को विलोसिटी कितनी है 2 मीटर पर सैकेंड इन 4 सैकेंड। आपाने फोर्स पता करनी है। देखो फोर्स का फॉर्मूला की होंगे MA, आपाने यही पता करनी है। हुण देखो मास का आपां नूं गिवन है कितना सी 2 kg, पुट कर लिया। एक्सेलरेशन का फॉर्मूला की होंगे v/u/t, चेंज इन विलोसिटी विद रिस्पैक्ट टू t। देखो हुण अगर आप गल करिए आपां नूं फाइनल विलोसिटी v आपां नूं कितनी दित्ती हुई है 2 मीटर पर सैकेंड, जो चेंज हो रही है किन्ने टाइम दे विच 4 सैकेंड से विच। क्लीयर, तो वैल्यूज पुट कर लेने। तो इनीशियल विलोसिटी अपनी कितनी होगी 0, फाइनल विलोसिटी 2, इनीशियल विलोसिटी 0, टाइम कितना आ गया 4। क्लीयर, हुण इसनूं अगर मैं सॉल्व करा इस साइड देखो 2 चो 0 अगर सबट्रैक्ट करिए कितना आंदा हुंदा 2 बाय कितना आ गया 4, इसनूं कैंसल कर दें आपस, तो 4 कट कैंसल हो गया, कितना आ गया अपने को 1 आ गया। क्लीयर, 1 आ गया, इसका मतलब अपने को फोर्स कितनी आ गई 1 न्यूटन, फोर्स कितनी आ गई 1 न्यूटन। हुण आपां ऑप्शनस चैक कर लेने कि ऑप्शन सी। हाँ जी, अपने को की ऑप्शन आ गया, ऑप्शन बी इज़ राइट आंसर। क्वेश्चन 14 का राइट आंसर भी की आ गया अपने को, ऑप्शन बी 1 न्यूटन। क्लीयर, नैक्सट आप गल करते हैं 15th क्वेश्चन की। तुसी पहला खुद भी सॉल्व कर लिया करियो प्लीज़, सो दैट अपन पता चल सके कि अपने कंसैप्ट किन्ने क्लीयर है। 15 क्वेश्चन देखो, अज नियर अबाउट 20 क्वेश्चन ही रखे है, बट यस सारे क्वेश्चन इंपॉर्टेंट है, सारिਆਂ ਦੇ ਵਿੱਚ ਤੁਹਾਡੇ कंसैप्ट्स क्लीयर ਹੋਏ हैं। तो वीडियो ਨੂੰ शेयर ਜ਼ਰੂਰ कर ਦਿਓ अपने फ्रेंड्स ਦੇ ਨਾਲ, सो दैट वो भी बेनीफिट उठा सकन इन्ना क्लासेस का। ठीक है जी, 15 क्वेश्चन देखो, वैन अ फोर्स एक्ट ऑन अ बॉडी, जदों आप किसी भी बॉडी ते फोर्स लगाने, मैं कल करवाया सी फोर्स वाले चैप्टर के इफैक्ट की पैंदा, मैं कल करवाया सी। ऑप्शनस पढ़दे मूव द बॉडी, और बॉडी नूं मूव करन ला दिंदी है। ऑप्शन बी है डायरैक्शन चेंज कर दिंदी है, जो बॉडी मोशन दे विच है। ऑप्शन सी डिफॉर्म द बॉडी, मतलब बॉडी की शेप चेंज कर दिंदी है, डिफॉर्म का मतलब शेप एंड साइज मैं कल करवाया सी तुहानूं। ठीक है जी, ऑप्शन डी की अपने को
डू ऑल द अबव या सारा कुछ करती है। देखो फोर्सिस दे कल मैं अफेक्ट करवाया सी, अगर कोई भी बॉडी रेस्ट ते है, कोई भी बॉडी रेस्ट ते है, उस ते मैं एक्सटर्नल फोर्स अप्लाई कर दिया तो बॉडी की शो कर दिया, मोशन शो कर दिया, मूव कर दिया। अगर कोई भी बॉडी की ਆਪਾਂ ने डायरैक्शन चेंज करवानी है ਤਾਂ ਵੀ ਆਪਾਂ ਕੀ ਕਰ ਸਕਦੇ ਹਾਂ, ਉਸ ਉੱਪਰ फोर्स अप्लाई कर सकते हैं। ठीक है, तो डिफॉर्म द बॉडी शेप एंड साइज तो चेंज हो ही सकता है। बैलून की एग्जाम्पल लै लो, या कल आपने एक बॉल की एग्जाम्पल ली सी। ठीक है जी, तो इसका मतलब सारिया प्रॉपर्टीज़ किस दियाँ ने, फोर्स दियाँ ने। तो इस क्वेश्चन का राइट आंसर की हो गया अपने को ऑप्शन डी, ऑल ऑफ द अबव। क्लीयर। नैक्सट देखो 16th क्वेश्चन, न्यूटन्स सैकेंड लॉ ऑफ मोशन गिव द रिलेशन बिटवीन। जो न्यूटन्स सैकेंड लॉ है कल आप किया सी, जो की दसदा चेंज इन मोमेंटम दसदा है ना, तो वह आपां नूं की रिलेशन दिंदा है। न्यूटन्स सैकेंड लॉ की अगर मैं गल करा, हाँ जी, न्यूटन्स सैकेंड लॉ की हुंदा एफ इज़ इक्वल टू एम ए। क्लीयर। तो इसका मतलब की है, फोर्स किस दे इक्वल है, मास एंड एक्सेलेरेशन दे, जो कि है न्यूटन्स का सैकेंड लॉ है। तो इसलिए इस क्वेश्चन का राइट आंसर की हो गया ऑप्शन बी, जो न्यूटन का सैकेंड लॉ है वो किस किस दे विचकार रिलेशन दसदा, फोर्स, मास एंड एक्सेलेरेशन दे विच। अगर तुसी कल मेरी वीडियो सुनी है तो आपने न्यूटन के 3 लॉ कवर किए हैं। क्लीयर। जो तुहाडे सिलेबस दे विच मैंशन है 3 लॉज ऑफ मोशन, तो इन्हां नूं तुसी डीपली वधिया तरीके नाल करके जाओगे, क्योंकि क्वेश्चन किदां दा भी बन जे आपां नूं कोई भी रहना नहीं चाहिए, मतलब आपां सोल्व कर पाइए। ठीक है जी। नैक्सट आपां 17 क्वेश्चन की गल करते हैं। 17 क्वेश्चन की गल करते हैं। हाँ जी, 17 क्वेश्चन देखो, वैन अ मैन जंप फ्रॉम अ बोट दैन द बोट मूव अवे फ्रॉम हिम ड्यू टू न्यूटन्स का केड़ा लाया। देखो हुण आ गया ना, क्वेश्चन किमें भी बन सकता है। ये तो कल आप एग्जाम्पल भी की सी कि जो कोई भी परसन जंप करता है तो वह फॉरवर्ड जंप करता है, बट जो उसकी बोट है ना वो की जाएगी बैकवर्ड डायरैक्शन दे विच जाएगी। बोट की जाएगी बैकवर्ड डायरैक्शन दे विच जाएगी। तो यह न्यूटन का की ला है, थर्ड ला है। क्लीयर। तो इस क्वेश्चन का राइट आंसर की हो गया ऑप्शन सी, क्योंकि इस दे विच की हुंदा है, एक्शन इक्वल टू ओपोजिट रिएक्शन। यह अपने कोल की है, न्यूटन्स थर्ड ला है। क्लीयर। नैक्सट आप गल करते हैं 18 क्वेश्चन की। 18 क्वेश्चन की है, विच लॉ ऑफ न्यूटन स्टेट द कंसैप्ट ऑफ इनरशिया। इन्हां विचों केड़ा लॉ है न्यूटन का जो आपां नूं इनरशिया का कंसैप्ट की है क्लीयर करदा है। देखो इनरशिया अपने कोल किस लॉ दे विच आ गया सी, फर्स्ट लॉ दे विच। तो इस क्वेश्चन का राइट आंसर की हो गया ऑप्शन ए। मीनस की कहंदा इनरशिया अपने कोल कि जिन्ने तक, इनरशिया अपने कोल की कहंदा है कि जिन्ने तक आपां कोई भी एक्सटर्नल फोर्स अप्लाई नहीं करते तो जो बॉडी रेस्ट दे विच है वो रेस्ट दे विच रहेगी। अगर कोई बॉडी मोशन दे विच है तो वो मोशन दे विच रहेगी अनटिल आपां कोई भी फोर्स अप्लाई नहीं करते। ठीक है, इसनों इनरशिया कह देंगे हैं, जो किस दे विच आया सी अपने कोल, फर्स्ट लॉ ऑफ न्यूटन दे विच आया सी। क्लीयर, समझ आया। नैक्सट आप गल करते हैं 19th क्वेश्चन की। हाँ जी, ज़्यादा आई थिंक क्वेश्चन, मैंने लगे सिर्फ 20 है, ज़्यादा है क्वेश्चन। 19 क्वेश्चन देखो, 19 क्वेश्चन की कहते हैं 1 न्यूटन इज़ इक्वल टू, 1 न्यूटन किस दे इक्वल होंगे है। देखो हुण कल आपने फोर्स की SI यूनिट की सी, कितनी होंगी अपने को, 1 न्यूटन होंगी है। फोर्स की SI यूनिट की होंगी है, न्यूटन। हुण फोर्स का फॉर्मूला की होंगे, मास इंटू एक्सेलरेशन। ड्राइव करनी दस रही हाँ मैं, तुम्हें डायरैक्ट वैसे आंसर भी दस सकती हूँ, बट ड्राइव करके वधिया आ जूगी। मास नूं किस च मेयर करते हैं, किलोग्राम च। एक्सेलरेशन नूं किस दे विच मेयर करते हैं, मीटर पर सैकेंड स्केयर दे विच। तो इसकी SI यूनिट की बन गई ऑप्शन ए, किलोग्राम मीटर पर सैकेंड स्केयर। क्लीयर। तो इस क्वेश्चन का राइट आंसर की हो गया ऑप्शन ए। नैक्सट आप गल करते हैं 20th क्वेश्चन की। 20th की है, द फिजिकल क्वांटिटी विच इज़ इक्वल टू चेंज इन मोमेंटम। वो फिजिकल क्वांटिटी जिस दे विच मोमेंटम का की हो जाता है, चेंज हो जाता है, तो उसनों की कहा जाता है। देखो जदों भी मोमेंटम दे विच चेंज की गल करते हैं विद रिस्पैक्ट टू टाइम, तो अगर आप गल करिए उसनों की कहा जाता है, इंपल्स। तो इस क्वेश्चन का राइट आंसर की आ जाऊगा ऑप्शन बी आ जाऊगा, इंपल्स नूं की कहा जाता है जदों आपां मोमेंटम दे विच की करते हैं, चेंज करते हैं। एक इंपल्स
ਦਾ ਆਪਾਂ ਪਹਿਲਾਂ ਵੀ ਫਾਰਮੂਲਾ ਕਰ ਚੁੱਕੇ ਹਾਂ, ਤੁਹਾਨੂੰ ਪਤਾ ਹੋਣਾ ਚਾਹੀਦਾ। ਸੌਰੀ, ਮੋਮੈਂਟਮ ਦਾ ਫਾਰਮੂਲਾ ਕੀਤਾ ਸੀ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕੀ ਸੀ, ਫੋਰਸ ਇਨਟੂ ਟਾਈਮ। ਕਲੀਅਰ। ਨੈਕਸਟ ਆਪਾਂ ਗੱਲ ਕਰਦੇ ਹਾਂ 21th ਕੁਐਸਚਨ ਦੀ। 21 ਕੁਐਸਚਨ ਦੇਖੋ ਕੀ ਕਹਿੰਦੇ ਆ, ਦ ਫਿਜ਼ੀਕਲ ਕੁਆਂਟਿਟੀ ਵਿਚ ਇਜ਼ ਇਕੁਅਲ ਟੂ ਰੇਟ ਆਫ ਚੇਂਜ ਆਫ ਮੋਮੈਂਟਮ। ਜਦੋਂ ਮੋਮੈਂਟਮ ਰੇਟ ਆਫ ਚੇਂਜ, ਕੁਐਸਚਨਸ ਦਾ ਫਰਕ ਹੈ, ਇਹਦੇ ਵਿੱਚ ਕੀ ਗਿਆ ਸੀ, ਇਕੁਅਲ ਟੂ ਚੇਂਜ ਇਨ ਮੋਮੈਂਟਮ। ਜਦੋਂ ਮੋਮੈਂਟਮ 'ਚ ਚੇਂਜ ਆਇਆ ਉਹ ਇੰਪਲਸ, ਬਟ ਜਦੋਂ ਉਸ ਮੋਮੈਂਟਮ ਰੇਟ ਆਫ ਚੇਂਜ ਆਫ ਮੋਮੈਂਟਮ ਮਤਲਬ ਕਿਸੇ ਦੇ ਵਿਦ ਰਿਸਪੈਕਟ ਟੂ ਆਪਾਂ ਚੇਂਜ ਕਰ ਰਹੇ ਹਾਂ, ਤਾਂ ਉਸਨੂੰ ਕੀ ਕਿਹਾ ਜਾਂਦਾ, ਤਾਂ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਫੋਰਸ ਕਹਿ ਦਿੰਦੇ ਹਾਂ। ਇਸ ਦਾ ਰਾਈਟ ਆਨਸਰ ਕੀ ਹੈ, ਆਪਸ਼ਨ ਸੀ। ਮਤਲਬ ਜੋ ਫੋਰਸ ਹੁੰਦਾ ਇਹਦੇ ਵਿੱਚ ਕੀ ਹੈ, ਆਪਾਂ ਮੋਮੈਂਟਮ ਦਾ ਚੇਂਜ ਕਰਦੇ ਹਾਂ ਵਿਦ ਰਿਸਪੈਕਟ ਟੂ ਟਾਈਮ। ਕਲੀਅਰ, ਕਲੀਅਰ ਹੋ ਗਿਆ। ਨੈਕਸਟ ਆਪਾਂ ਗੱਲ ਕਰਦੇ ਹਾਂ 22 ਕੁਐਸਚਨ ਦੀ। 1 ਕਿਲੋਗ੍ਰਾਮ ਮੀਟਰ ਪਰ ਸੈਕਿੰਡ ਇਜ਼ ਇਕੁਅਲ ਟੂ, ਦੇਖੋ ਕੀ ਕਿਹਾ ਗਿਆ, 1 ਕਿਲੋਗ੍ਰਾਮ ਮੀਟਰ ਪਰ ਸੈਕਿੰਡ, ਕਿਲੋਗ੍ਰਾਮ ਮੀਟਰ ਪਰ ਸੈਕਿੰਡ ਕਹਿੰਦੇ ਕਿਸ ਦੇ ਇਕੁਅਲ ਹੁੰਦਾ। ਇਹ ਆਪਾਂ ਨੇ ਹੁਣੇ ਕੀਤਾ। ਦੇਖੋ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ, ਕਿਲੋਗ੍ਰਾਮ ਕਿਸ ਦੀ ਯੂਨਿਟ ਹੋ ਗਈ, ਮਾਸ ਦੀ। ਮੀਟਰ ਆਪਾਂ ਕਿਸ ਦੀ ਲੈ ਕੇ ਚੱਲਦੇ ਹੁੰਦੇ ਆ, ਡਿਸਟੈਂਸ ਦੀ। ਕਲੀਅਰ, ਡਿਸਟੈਂਸ ਦੀ ਨਾਲ ਅਗਰ ਆਪਣੇ ਕੋਲ ਕੀ ਹੈ, ਪਰ ਸੈਕਿੰਡ ਹੈ। ਹੁਣ D/S ਅਗਰ ਆਪਾਂ ਗੱਲ ਕਰੀਏ, ਆਪਣੇ ਕੋਲ ਕੀ ਹੁੰਦਾ, ਨਿਊਟਨ ਕਿਸ ਨੂੰ ਕਹਿੰਦੇ ਆਪਾਂ, ਜਦੋਂ ਕੀ ਹੁੰਦਾ ਆਪਣੇ ਕੋਲ ਕਿਲੋਗ੍ਰਾਮ, ਮਾਸ ਦੀ ਕਿਲੋਗ੍ਰਾਮ ਹੈ ਆਪਣੇ ਕੋਲ, ਮੀਟਰ ਵੀ ਹੈ, ਮੀਟਰ ਡਿਸਟੈਂਸ ਦੀ ਆ ਗਈ, ਨਾਲ ਆਪਣੇ ਕੋਲ ਕੀ ਹੈ, ਸਿੰਗਲ ਐਸ ਹੈ। ਕਲੀਅਰ, ਤਾਂ ਇਹ ਜੋ ਕਿਲੋਗ੍ਰਾਮ ਮੀਟਰ ਪਰ ਸੈਕਿੰਡ ਹੈ, ਇਹ ਕਿਸ ਦੇ ਇਕੁਅਲ ਹੋਗੀ, 1 ਨਿਊਟਨ ਸੈਕਿੰਡ ਦੇ। ਕਿਵੇਂ, ਹੁਣ ਦੇਖੋ ਇਹਨੂੰ ਮੈਂ ਐਕਸਪਲੇਨ ਕਰਦੀ ਹਾਂ ਥੋੜ੍ਹਾ ਜਿਹਾ। ਦੇਖੋ ਕੀ ਹੈ ਆਪਣੇ ਕੋਲ, ਕਿਲੋਗ੍ਰਾਮ ਮੀਟਰ ਪਰ ਸੈਕਿੰਡ ਹੈ, ਇਸ ਨੂੰ ਚੇਂਜ ਕਰਦੇ ਹਾਂ। ਦੇਖੋ ਮੈਂ ਤੁਹਾਨੂੰ ਕੀ ਦੱਸਿਆ ਕਿਸ ਦੇ ਇਕੁਅਲ ਹੁੰਦੀ ਹੈ, ਨਿਊਟਨ ਸੈਕਿੰਡ ਦੇ। ਦੋਨਾਂ ਨੂੰ ਇਕੁਅਲ ਕਰਕੇ ਦਿਖਾਉਂਦੀ ਹਾਂ ਕਿ ਕਿਸ ਤਰ੍ਹਾਂ ਇਕੁਅਲ ਹੋਏ। ਇਸ ਦੇ ਵਿੱਚ ਅਗਰ ਮੈਂ ਦੇਖਾਂ, ਨਿਊਟਨ ਦੀ ਯੂਨਿਟ ਕੀ ਸੀ, ਕਿਲੋਗ੍ਰਾਮ, ਨਾਲ ਕੀ ਆਪਾਂ ਲਿਖ ਸਕਦੇ ਹਾਂ, ਮੀਟਰ ਪਰ ਸੈਕਿੰਡ ਸਕੁਅਰ। ਇਹ ਨਿਊਟਨ ਨੂੰ ਉਤਾਰ ਲਿਆ, ਨਾਲ ਲਿਖ ਦਿਓ ਆਪਾਂ ਸੈਕਿੰਡ ਲਿਖ ਦਿੰਦੇ ਹਾਂ। ਐਸ ਨਾਲ ਐਸ ਕੀ ਹੋ ਗਿਆ, ਕੈਂਸਲ, ਕਿੰਨਾ ਬਣ ਗਿਆ, ਕਿਲੋਗ੍ਰਾਮ ਮੀਟਰ ਪਰ ਸੈਕਿੰਡ ਬਣ ਗਿਆ। ਸੇਮ ਹੋ ਗਿਆ ਨਾ ਦੋਨੋਂ, ਤੁਸੀਂ ਇਸ ਤਰੀਕੇ ਨਾਲ ਵੀ ਦੇਖ ਸਕਦੇ ਹੋ। ਤਾਂ ਇਹ ਕਿਸ ਦੀ ਯੂਨਿਟ ਹੋਗੀ, ਨਿਊਟਨ ਸੈਕਿੰਡ ਦੇ ਇਕੁਅਲ ਹੋਗੀ। ਕਲੀਅਰ, ਤਾਂ ਦੇਖ ਲੈਂਦੇ ਆਪਣਾ ਕਿਹੜਾ ਆਪਸ਼ਨ ਕੀ ਹੈ, ਰਾਈਟ ਹੋ ਗਿਆ। ਇਸ ਕੁਐਸਚਨ ਦਾ ਰਾਈਟ ਆਨਸਰ ਕੀ ਹੋ ਗਿਆ ਆਪਣੇ ਕੋਲ, ਆਪਸ਼ਨ ਏ, ਜੋ ਕਿਸ ਦੇ ਇਕੁਅਲ ਹੈ, ਨਿਊਟਨ ਸੈਕਿੰਡ ਦੇ ਇਕੁਅਲ ਹੈ। ਕਲੀਅਰ। ਨੈਕਸਟ 23rd ਕੁਐਸਚਨ ਦੇਖੋ ਆਪਣੇ ਕੋਲ ਕੀ ਕਿਹਾ ਗਿਆ, ਐਨ ਐਗਜ਼ਾਮਪਲ ਆਫ ਵੈਕਟਰ ਕੁਆਂਟਿਟੀ। ਵੈਕਟਰ ਕੁਆਂਟਿਟੀ ਦੀ ਆਪਾਂ ਨੇ ਕੀ ਦੱਸਣੀ ਹੈ, ਐਗਜ਼ਾਮਪਲ ਦੱਸਣੀ ਹੈ। ਥੋੜਾ ਜਿਹਾ ਸਾਫ਼ ਕਰ ਲਈਏ, ਜਸਟ ਅ ਸੈਕਿੰਡ। ਹਾਂਜੀ, ਹੁਣ ਦੇਖਦੇ ਹਾਂ। ਉਮੀਦ ਹੈ ਤੁਸੀਂ ਆਨਸਰ ਨੋਟ ਕਰ ਲਏ ਹੋਣੇ। ਚਲੋ ਜੀ, ਹੁਣ ਆਪਾਂ ਕੁਐਸਚਨ ਦੇਖਦੇ ਹਾਂ। 23rd ਕੁਐਸਚਨ ਹੈ ਆਪਣਾ, ਐਨ ਐਗਜ਼ਾਮਪਲ ਆਫ ਅ ਵੈਕਟਰ ਕੁਆਂਟੀਟੀਜ਼। ਵੈਕਟਰ ਕੁਆਂਟਿਟੀ ਦੀ ਆਪਾਂ ਐਗਜ਼ਾਮਪਲ ਦੱਸਣੀ ਹੈ। ਹੁਣ ਦੇਖੋ ਵੈਕਟਰ ਕੁਆਂਟਿਟੀ ਦੇ ਵਿੱਚ ਕੀ ਆਉਂਦਾ ਹੈ, ਜਿਸ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਮੈਗਨੀਟਿਊਡ ਦੀ ਐਂਡ ਡਾਇਰੈਕਸ਼ਨ ਦੀ। ਦੋ ਚੀਜ਼ਾਂ ਦੀ ਗੱਲ ਕਰਦੇ ਹਾਂ, ਮੈਗਨੀਟਿਊਡ ਐਂਡ ਡਾਇਰੈਕਸ਼ਨ ਦੀ ਗੱਲ ਕਰਦੇ ਹਾਂ, ਕਿਸ ਦੇ ਵਿੱਚ, ਵੈਕਟਰ ਕੁਆਂਟਿਟੀ ਦੇ ਵਿੱਚ। ਹੁਣ ਆਪਣੇ ਕੋਲ ਕੀ ਪੁੱਛਿਆ ਗਿਆ, ਵੈਕਟਰ ਕੁਆਂਟਿਟੀ। ਦੇਖੋ ਸਪੀਡ ਕੀ ਆਪਣੇ ਕੋਲ, ਸਕੇਲਰ ਕੁਆਂਟਿਟੀ। ਸਪੀਡ ਆਪਣੇ ਕੋਲ ਸਕੇਲਰ ਕੁਆਂਟਿਟੀ ਹੈ, ਕਿਉਂਕਿ ਇਸ ਦੇ ਵਿੱਚ ਡਾਇਰੈਕਸ਼ਨ ਦੀ ਗੱਲ ਨਹੀਂ ਹੁੰਦੀ, ਤਾਂ ਕੈਂਸਲ ਹੋ ਗਿਆ। ਆਪਸ਼ਨ ਸੀ ਕੀ ਹੈ, ਡਿਸਟੈਂਸ। ਡਿਸਟੈਂਸ ਵੀ ਸਕੇਲਰ ਕੁਆਂਟਿਟੀ ਹੈ, ਇਸ ਦੇ ਵਿੱਚ ਵੀ ਆਪਾਂ ਐਕਸਲੇਸ਼ਨ ਦੀ ਗੱਲ ਨਹੀਂ ਕਰਦੇ, ਤਾਂ ਇਹ ਆਪਸ਼ਨ ਵੀ ਕੱਟ ਗਈ। ਲੈਂਥ ਦੇ ਵਿੱਚ ਤਾਂ ਹੁੰਦੀ ਨਹੀਂ ਕੋਈ ਡਾਇਰੈਕਸ਼ਨ ਵਗੈਰਾ ਦੀ ਗੱਲ, ਤਾਂ ਇਹ ਵੀ ਕੱਟ ਗਈ। ਤਾਂ ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ, ਆਪਸ਼ਨ ਬੀ, ਮੋਮੈਂਟਮ। ਮੋਮੈਂਟਮ ਮੈਂ ਤੁਹਾਨੂੰ ਕੀ ਦੱਸਿਆ ਸੀ, ਚੇਂਜ ਇਨ ਫੋਰਸ ਇਨਟੂ ਟਾਈਮ। ਤਾਂ ਫੋਰਸ ਆਪਣੇ ਕੋਲ ਕੀ ਹੁੰਦੀ ਹੈ, ਵੈਕਟਰ ਕੁਆਂਟਿਟੀ, ਤਾਂ ਮੋਮੈਂਟਮ ਵੀ ਵੈਕਟਰ ਕੁਆਂਟਿਟੀ ਹੋਗੀ। ਇਸ ਕੁਐਸਚਨ ਦਾ ਰਾਈਟ ਆਨਸਰ ਕੀ ਆ ਗਿਆ ਆਪਣੇ ਕੋਲ, ਆਪਸ਼ਨ ਬੀ ਇਜ਼ ਰਾਈਟ ਆਨਸਰ। ਕਲੀਅਰ। ਨੈਕਸਟ ਆਪਾਂ ਦੇਖਦੇ ਹਾਂ 24th ਕੁਐਸਚਨ। 25 ਹੈ, ਹਾਂਜੀ ਕੁਐਸਚਨ 25 ਹੈ। ਹਾਂਜੀ, ਤਾਂ ਦੇਖੋ 24 ਕੁਐਸਚਨ ਕੀ ਕਹਿੰਦੇ ਆ ਆਪਣੇ ਕੋਲ, ਵਿਚ ਇਜ਼ ਅ ਸਕੇਲਰ ਕੁਆਂਟਿਟੀ। ਹੁਣ ਆਪਣੇ ਕੋਲ ਕੀ ਪੁੱਛਿਆ ਗਿਆ, ਸਕੇਲਰ ਕੁਆਂਟਿਟੀ। ਇਸ ਦਾ ਮਤਲਬ ਇਸ ਦੇ ਵਿੱਚ ਸਿਰਫ ਕਿਸ ਦੀ ਗੱਲ ਹੋਊਗੀ,
मैगनीट्यूड दी। क्लीयर, किस दी गल होगी, मैगनीट्यूड दी। ऑप्शंस देख लो, फोर्स तो मैं हुणे दस्सिया तुहानूं की हुंदा वैक्टर क्वांटिटी, तो अपने कोल ए ऑप्शन की होगी कैंसल। मोमेंटम भी हुणे गल कीती है की हुंदी है वैक्टर क्वांटिटी, तो ये भी कैंसल। हुण इंपल्स किस दे नाल रिलेट करदी है, फोर्स दे नाल, तो एक ऑप्शन भी कट गई। लास्ट की बचे अपने कोल वॉल्यूम, तो इस क्वेश्चन का राइट आंसर क्या आ गया, ऑप्शन डी, क्योंकि वॉल्यूम का कोई भी लिंक नहीं हुंदा किस दे नाल, डायरैक्शन दे नाल। क्लीयर, वॉल्यूम आपां की कहने किसी भी चीज़ का लै लैंदे उहदा घेरा किन्ना है, वॉल्यूम का मतलब की हुंदा है घेरा किन्ना है उहदा। क्लीयर, नैक्सट विच इज़ नॉट अ स्केलर क्वांटिटी। हुण इस दे विचों स्केलर क्वांटिटी किहड़ी नहीं हैगी अपने कोल, तो देखो जी, मतलब स्केलर क्वांटिटी नहीं हैगी, मतलब वैक्टर क्वांटिटी किहड़ी हैगी है। ठीक है जी, ऑप्शंस देखो, विलोसिटी की है, सॉरी विलोसिटी दे विच तां डायरैक्शन की गल करते हैं, तो विलोसिटी अपनी की होगी, स्केलर क्वांटिटी होगी, सॉरी वैक्टर क्वांटिटी होगी, क्योंकि नोट है ना क्वेश्चन च, नोट बहुत मार्क्स कटवा दिंदा कई बार। तो वैक्टर क्वांटिटी पूछी गई, विलोसिटी विच तां आपां गल करदे ही हाँ डायरैक्शन की। विलोसिटी की हुंदा अपने कोल, चेंज इन स्पीड, सॉरी चेंज इन डिस्टेंस या डिसप्लेसमेंट, क्योंकि डायरैक्शन की गल होंदी है, विद रिस्पैक्ट टू टाइम, उसनों आपां की कह दिंदे आ, विलोसिटी कह दिंदे। विलोसिटी मतलब चेंज इन डिसप्लेसमेंट विद रिस्पैक्ट टू टाइम, उसनों आपां की कह दिंदे आ, विलोसिटी, जो कि है एक वैक्टर क्वांटिटी, क्योंकि डिसप्लेसमेंट की है अपने कोल वैक्टर क्वांटिटी। हुण देखो जो मास है इस दे विच भी आपां नहीं गल करदे डायरैक्शन की, टाइम दे विच भी नहीं गल करते, एंड जो अपने कोल डेंसिटी है, डेंसिटी की होंदी है मास पर यूनिट वॉल्यूम, ये दोनों की ने स्केलर क्वांटिटी होंदियां ने। तो इसका मतलब इस क्वेश्चन का राइट आंसर की आ गया अपने कोल, ऑप्शन ए आ गया। उम्मीद है तुहानूं 25 क्वेश्चनस की है समझ आ चुके हैं, तो कोई भी डाउट नहीं रहा होगा। क्लीयर, अगर तुहानूं अज दे क्वेश्चनस वधिया लगे हैं तो प्लीज़ चैनल नूं सबसक्राइब करना ना भुल्लियो, अगर तुसी चैनल ते न्यू हो। क्लीयर, प्लीज़ कमेंट करके दस्सियो कि तुहानूं क्वेश्चनस किद्दां दे लगे ते वीडियो किद्दां दी लगी। लाइक करना ना भुल्लिया करो, शेयर करो अपने फ्रेंड्स दे नाल, सो दैट वो भी इन्हां क्वेश्चनस दा, इन्हां वीडियोज़ दा बेनीफिट उठा सकन, उन्हां नूं भी की है फ़ायदा हो सके। ठीक है जी, शेयर करया करो मैक्सीमम। एंड मैनू दस्सियो तुहाडे अज किन्ने मार्क्स बने, 25 ਦੇ ਵਿੱਚੋਂ किन्ने ਤੁਹਾਡੇ मार्क्स आए है, ज़रूर दसना मैनू कमेंट सैक्शन ਦੇ ਵਿੱਚ। क्लीयर, थैंक यू सो मच, प्लीज़ शेयर करियो, थैंक यू सो मच। आई होप ਤੁਹਾਨੂੰ मैराथन क्लासेस भी वधिया लग रही हैं। थैंक यू।